ਧੰਨ ਵਾਹਿਗੁਰੂ ਸਾਹਿਬ ਜੀ। ਮਹੱਲਾ ਪਹਿਲਾ। ਨਾਨਕ ਨਿਰਭਉ ਨਿਰੰਕਾਰ, ਹੋਰ ਕੀਤੇ RAM ਰਵਾਲ। ਕੀਤੀਆਂ ਕੰਨ ਕਹਾਣੀਆਂ, ਕੀਤੇ ਵੇਦ ਵਿਚਾਰ। ਕੀਤੇ ਨਚਹਿ ਮੰਗਤੇ, ਗਿੜ ਮੁੜ ਪੂਰੈ ਤਾਲ। ਬਾਜਾਰੀ ਬਾਜ਼ਾਰ ਮਹਿ, ਆਏ ਕੱਢੈ ਬਾਜ਼ਾਰ। ਗਾਵਹਿ ਰਾਜੇ ਰਾਣੀਆਂ, ਬੋਲੈ ਆਲ ਪਤਾਲ। ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ। ਜਿਤ ਤਨ ਪਾਈਐ ਨਾਨਕਾ, ਸੇ ਤਨ ਹੋਵੈ ਛਾਰ। ਗਿਆਨ ਨ ਗਲੀ ਢੂੰਡੀਐ, ਕਥਨਾ ਕਰੜਾ ਸਾਰ। ਕਰਮ ਮਿਲੈ ਤਾਂ ਪਾਈਐ, ਹੋਰ ਹਿਕਮਤ ਹੁਕਮ ਖੁਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਆਪ ਜੀ ਨੇ ਜੋ ਅੰਮ੍ਰਿਤ ਬਚਨ ਸਰਵਣ ਕੀਤਾ ਏ, ਇਹ ਆਸਾ ਕੀ ਵਾਰ ਦੀ ਚੌਥੀ ਪੌੜੀ ਦੇ ਨਾਲ ਦੂਸਰਾ ਸ਼ਲੋਕ ਜੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਏ। ਕੱਲ ਪਹਿਲੇ ਸ਼ਲੋਕ ਦੀ ਵਿਚਾਰ ਆਪਾਂ ਸਾਂਝੀ ਕੀਤੀ ਸੀ, ਜਿਸ ਦੇ ਵਿੱਚ ਮੇਰੇ ਸਤਿਗੁਰਾਂ ਨੇ ਇਹ ਗੱਲ ਸਮਝਾਈ ਕਿ ਹੇ ਜੀਵ, ਜੋ ਕੁਝ ਵੀ ਤੂੰ ਧਰਤੀ ਦੇ ਉੱਤੇ ਦੇਖਦਾ ਪਿਆ ਏ, ਸਤਿਗੁਰੂ ਕਹਿਣ ਲੱਗੇ ਉਹ ਸਾਰੇ ਦਾ ਸਾਰਾ ਹੀ ਭੈ ਦੇ ਵਿੱਚ ਹੈ। ਕਿ ਉਹ ਸੂਰਜ ਨੇ, ਚੰਦਰਮਾ, ਹਵਾ ਨੇ, ਧਰਤੀ, ਰਾਜੇ ਰਾਣੀਆਂ ਜੋ ਵੀ ਹੈ, ਸਤਿਗੁਰੂ ਕਹਿਣ ਲੱਗੇ ਉਹ ਸਾਰੇ ਦੇ ਸਾਰੇ ਪਰਮਾਤਮਾ ਦੇ ਭੈ ਦੇ ਵਿੱਚ ਨੇ। ਕੱਲ ਆਪਾਂ ਇਹ ਵਿਚਾਰ ਸਾਂਝੀ ਕੀਤੀ ਸੀ ਕਿ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਕਹਿਣ ਲੱਗੇ ਕਿਸੇ ਵੀ ਚੀਜ਼ ਦਾ ਅੰਤ ਨਹੀਂ, ਕਰੋੜਾਂ ਲੱਖਾਂ ਪੈਂਡਾ ਜਿਹੜਾ ਤੈਅ ਕੀਤਾ ਜਾ ਰਿਹਾ ਹੈ, ਪਰ ਉਸ ਪਰਮਾਤਮਾ ਦਾ ਅੰਤ ਨਹੀਂ। ਕੱਲ ਥੋੜ੍ਹੀ ਜਿਹੀ ਰਿਕਾਰਡਿੰਗ ਦੀ ਇਹ ਤਕਨੀਕੀ ਪ੍ਰੋਬਲਮ ਆ ਗਈ, ਥੋੜ੍ਹੀ ਵੀਡੀਓ ਕੱਟੀ ਗਈ। ਇਹ ਅਖੀਰਲੀਆਂ ਦੋ ਪੰਕਤੀਆਂ ਦੇ ਮੈਂ ਅਰਥ ਰਿਪੀਟ ਕਰ ਦੇਣਾ। ਉਹਦਾ ਕਾਰਨ ਹੈ ਕਿ ਇੱਕ ਵਾਰ ਰਿਕਾਰਡਿੰਗ ਪਈ ਹੈ, ਬਾਅਦ 'ਚ ਪਤਾ ਨਹੀਂ ਕਦੋਂ ਪੂਰੀ ਆਸਾ ਦੀ ਵਾਰ ਦੀ ਹੋਣੀ ਹੈ। ਇਹ ਉਹਦੇ ਵਿੱਚ ਇੱਥੋਂ ਤੱਕ ਨਾਨਕ ਕੋਹ ਕਰੋੜੀ ਚਲਤ ਨਾ ਅੰਤ ਤੱਕ ਦੀ ਰਿਕਾਰਡਿੰਗ ਪਹੁੰਚੀ ਹੈ। ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਭੈ ਵਿੱਚ ਸਿੱਧ ਬੁੱਧ ਸੁਰ ਨਾਥ। ਕਹਿਣ ਲੱਗੇ ਜੇ ਕੋਈ ਸਿੱਧ ਬਣਿਆ ਹੈ, ਜੇ ਕੋਈ ਬੁੱਧ ਹੈ, ਸੁਰ ਅਤੇ ਨਾਥ ਬਣੇ, ਇਹ ਰੱਬ ਦੇ ਭੈ ਦੇ ਵਿੱਚ ਨੇ। ਮੈਂ ਕੱਲ ਵੀ ਅਰਜ਼ ਕੀਤੀ ਸੀ, ਇੱਕ ਬੱਚਾ ਟੀਚਰ ਦਾ ਭੈ ਖਾਵੇਗਾ ਅਤੇ ਉਹ ਜਿਹੜਾ ਉਹ ਚੰਗਾ ਅਫਸਰ ਬਣੇਗਾ, ਵਕੀਲ ਬਣੇਗਾ, ਜੱਜ ਬਣੇਗਾ, ਕੋਈ ਉੱਚ ਅਹੁਦੇ 'ਤੇ ਪਹੁੰਚੇਗਾ। ਜੇ ਕੋਈ ਰੱਬ ਦਾ ਭੈ ਖਾਵੇਗਾ ਤਾਂ ਉਹ ਸੰਤ ਬਣੇਗਾ, ਮਹਾਤਮਾ ਬਣੇਗਾ, ਸਾਧੂ ਬਣੇਗਾ, ਗੁਰਸਿੱਖ ਬਣੇਗਾ। ਇਹ ਇੱਕ ਦੁਨਿਆਵੀ ਭੈ ਮਨੁੱਖ ਨੂੰ ਨਫ਼ਰਤ ਨੂੰ ਜਨਮ ਦਿੰਦਾ ਹੈ, ਇੱਕ ਦੀਨੀ ਭੈ ਜਿਹੜਾ ਪ੍ਰੇਮ ਨੂੰ ਜਨਮ ਦਿੰਦਾ ਹੈ। ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤ ਬਾਣੀ 'ਚ ਜਦੋਂ ਅਸੀਂ ਲਾਵਾਂ ਦਾ ਪਾਠ ਕਰਦੇ ਹਾਂ, ਉਹਦੇ ਵਿੱਚ ਸਤਿਗੁਰਾਂ ਨੇ ਇਸ ਭੈ ਦੀ ਪਰਿਭਾਸ਼ਾ ਦਿੱਤੀ। ਕਹਿ ਲਗੇ ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਨਿਰਭਉ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ। ਕਹਿੰਦੇ ਜਿਸ ਵੇਲੇ ਮਨੁੱਖ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਦਾ ਹੈ ਨਾ, ਜਦੋਂ ਨਿਰਭਉ ਹੋ ਜਾਂਦਾ, ਕਿਸੇ ਦਾ ਭੈ ਨਹੀਂ ਮੰਨਦਾ ਦੁਨਿਆਵੀ ਤੌਰ 'ਤੇ,
ਕਹਿਣ ਲੱਗੇ ਭੈ ਛੱਡਣ ਦੇ ਨਾਲ ਇਹਦੇ ਅੰਦਰ ਦੀ ਮੈਲ ਸੜ ਜਾਂਦੀ ਹੈ। ਨਿਰਮਲ ਭਾਉ ਪਾਇਆ ਹਰ ਗੁਣ ਗਾਇਆ। ਕਹਿੰਦੇ ਇਹ ਨਿਰਮਲ ਭਾਉ ਮਿਲਦਾ ਕਦੋਂ? ਜਦੋਂ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ। ਕਹਿੰਦੇ ਮਨ ਜਿਹੜਾ ਹੈ ਉਹ ਪ੍ਰਮਾਤਮਾ ਦਾ ਨਾਮ ਜਪ ਕੇ ਉਹਦੇ ਗੁਣ ਗਾ ਕੇ ਪ੍ਰਮਾਤਮਾ ਤੱਕ ਪਹੁੰਚ ਗਿਆ। ਇੱਥੇ ਸਤਿਗੁਰੂ ਕਹਿ ਲਗੇ ਭੈ ਵਿੱਚ ਸਿੱਧ ਬੁੱਧ ਸੁਰਨਾਥ ਦੇਵੀ ਦੇਵਤੇ। ਸਿੱਧ ਜਿਹੜੇ ਨੇ ਬੁੱਧ ਗਿਆਨਵਾਨ, ਸੁਰ ਦੇਵਤੇ ਅਤੇ ਨਾਥ ਇਹ ਪਰਮਾਤਮਾ ਦੇ ਭੈ ਦੇ ਵਿੱਚ ਨੇ। ਭੈ ਵਿੱਚ ਆਡਾਣੇ ਆਕਾਸ਼। ਅਡਾਣੇ ਦਾ ਅਰਥ ਕੀਤਾ ਸੀ ਤਾਨਣਾ, ਜਿਹੜਾ ਉੱਤੇ ਅਸਮਾਨ ਤਾਨਿਆ ਹੋਇਆ ਹੈ ਚਾਨਣੀ ਦਵਾਂਗ, ਇਹ ਵੀ ਪਰਮਾਤਮਾ ਦੇ ਭੈ ਵਿੱਚ ਹੈ। ਭੈ ਵਿੱਚ ਜੋਧ ਮਹਾਬਲ ਸੂਰ। ਜੋਧੇ ਮਹਾਬਲੀ ਸੂਰਮੇ ਸਾਰੇ ਪਰਮਾਤਮਾ ਦੇ ਭੈ ਦੇ ਵਿੱਚ ਨੇ। ਭੈ ਵਿੱਚ ਆਵੈ ਜਾਵੈ। ਪੂਰ, ਪੂਰ ਦਾ ਅਰਥ ਹੈ ਜਿਵੇਂ ਬੇੜੀ ਦਾ ਪੂਰ ਹੁੰਦਾ ਹੈ, ਪੂਰਾਂ ਦੇ ਪੂਰ ਜੀਵ ਆਉਂਦੇ ਨੇ ਜਗਤ ਦੇ ਉੱਤੇ ਚਲੇ ਜਾਂਦੇ ਨੇ, ਇਹ ਪਰਮਾਤਮਾ ਦੇ ਭੈ ਦੇ ਵਿੱਚ ਨੇ। ਸਗਲਿਆਂ ਭਾਉ ਲਿਖਿਆ ਸਿਰ ਲੇਖ। ਸਤਿਗੁਰੂ ਕਹਿ ਲਗੇ ਸਾਰਿਆਂ ਦੇ ਸਿਰ ਦੇ ਉੱਤੇ ਲੇਖਾਂ ਦੇ ਵਿੱਚ ਭਾਉ ਦਾ ਜਿਹੜਾ ਹੈ ਉਹ ਲਿਖਿਆ ਹੋਇਆ ਉਕਰਿਆ ਹੋਇਆ ਹੈ। ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਕੇਵਲ ਤੇ ਕੇਵਲ ਇੱਕ ਪਰਮਾਤਮਾ ਜਿਹੜਾ ਨਿਰਭਉ ਹੈ। ਇਹ ਕੱਲ ਦੀ ਵਿਚਾਰ ਸੀ। ਫਿਰ ਮਨ 'ਚ ਸਵਾਲ ਪੈਦਾ ਹੁੰਦਾ ਹੈ ਸਾਡੇ ਕਿ ਜਿੰਨੇ ਅੱਜ ਤੱਕ ਪੀਰ ਪੈਗੰਬਰ ਹੋਏ ਕਿ ਇਹ ਪਰਮਾਤਮਾ ਤੱਕ ਪਹੁੰਚ ਨਾ ਸਕੇ? ਜੇ ਕੇਵਲ ਤੇ ਕੇਵਲ ਪਰਮਾਤਮਾ ਨਿਰਭਉ ਹੈ ਤੇ ਬਾਕੀ ਜਿਹੜੇ ਦੇਵੀ ਦੇਵਤੇ ਜਾਂ ਬਾਕੀ ਹੋਰ ਨੇ ਉਹਨਾਂ ਦੇ ਅੰਦਰ ਦੀ ਅਵਸਥਾ ਕੀ ਹੋਵੇਗੀ? ਤੇ ਮੇਰੇ ਸਤਿਗੁਰਾਂ ਨੇ ਨਾਲ ਹੀ ਦੂਸਰਾ ਸ਼ਲੋਕ ਦਰਜ ਕੀਤਾ, ਮਹੱਲਾ ਪਹਿਲਾ। ਕਹਿ ਲਗੇ ਨਾਨਕ ਨਿਰਭਉ ਨਿਰੰਕਾਰ। ਕਹਿੰਦੇ ਕੇਵਲ ਤੇ ਕੇਵਲ ਡਰ ਤੋਂ ਰਹਿਤ ਜਿਹੜਾ ਉਹ ਇੱਕ ਅਕਾਲ ਪੁਰਖ ਹੈ। ਹੋਰ ਕੇਤੇ, ਹੋਰ ਦਾ ਅਰਥ ਕਰਾਂਗੇ ਬਹੁਤ ਸਾਰੇ, ਸਗਲੇ। ਕੇਤੇ ਦਾ ਅਰਥ ਹੈ ਕਈ। ਰਾਮ ਰਵਾਲ, ਰਾਮ ਦਾ ਇੱਥੇ ਇਸ਼ਾਰਾ ਸ਼੍ਰੀ ਰਾਮ ਚੰਦਰ ਜੀ। ਰਵਾਲ ਦਾ ਅਰਥ ਕਰਾਂਗੇ ਚਰਨ ਧੂੜੀ। ਕਹਿਣ ਲੱਗੇ ਖਾਕ। ਕਹਿੰਦੇ ਰਾਮ ਚੰਦਰ ਵਰਗੇ ਪਰਮਾਤਮਾ ਦੇ ਦਰ ਦੇ ਉੱਤੇ ਤੁਸ਼ ਨੇ। ਪਤਾ ਨਹੀਂ ਪਰਮਾਤਮਾ ਨੇ ਇਹੋ ਜਿਹੇ ਰਾਮ ਕਈ ਪੈਦਾ ਕੀਤੇ ਹੋਏ ਨੇ। ਇੱਥੇ ਜਿਹੜਾ ਇਹ ਸ਼ਲੋਕ ਹੈ ਇਹ ਸਾਰਾ ਹਿੰਦੂਇਜ਼ਮ ਦੇ ਬਾਰੇ ਆ ਰਿਹਾ ਹੈ। ਮੈਂ ਇੱਥੇ ਇੱਕ ਬੇਨਤੀ ਕਰ ਦੇਵਾਂ, ਗੁਰਮਤ ਨੇ ਇਹ ਕਦੀ ਵੀ ਇਹੋ ਜਿਹਾ ਕਟਾਕਸ਼ ਨਹੀਂ ਕੀਤਾ ਜਿਹੜਾ ਕਿਸੇ ਦਾ ਹਿਰਦਾ ਵਿੰਨ੍ਹਿਆ ਜਾਵੇ। ਕਿਉਂਕਿ ਜਦੋਂ ਦੂਸਰੇ ਦੀ ਗੱਲ ਆਉਂਦੀ ਹੈ ਸਾਡੇ ਮਨ 'ਚ ਬੜਾ ਆ ਜਾਂਦਾ ਹੈ ਕਿ ਫਲਾਣੇ ਦੇ ਉੱਤੇ ਬਾਬਾ ਜੀ ਨੇ ਬੜਾ ਕਟਾਕਸ਼ ਕੀਤਾ ਹੈ। ਪਰ ਨਹੀਂ, ਸਤਿਗੁਰਾਂ ਦਾ ਮਕਸਦ ਕਿਸੇ ਦਾ ਕਟਾਕਸ਼ ਨਹੀਂ, ਇੱਕ ਸੱਚਾਈ ਸਤਿਗੁਰੂ ਬਿਆਨ ਕਰਦੇ ਪਏ ਨੇ। ਹਿੰਦੂਇਜ਼ਮ ਕਹਿੰਦਾ ਹੈ ਕਿ ਸ਼੍ਰੀ ਰਾਮ ਚੰਦਰ ਜੀ ਇੱਕ ਹੋਏ ਨੇ, ਪਰ ਮੇਰੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਕਹਿੰਦੀ ਹੈ ਰਾਮ ਚੰਦਰ ਵਰਗੇ ਕਈ ਅਵਤਾਰ ਪੈਦਾ ਹੋਏ ਨੇ। ਇੱਕ ਰਾਮ ਦਾ ਅਰਥ ਅਸੀਂ ਰਾਮ ਚੰਦਰ ਜੀ ਕਰਦੇ ਹਾਂ। ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਹੈ, ਕਹਿਣ ਲੱਗੇ ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮੇ ਲੇਤਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼੍ਰੀ ਰਾਮ ਚੰਦਰ ਦੇ ਸੰਕੇਤ ਵਿੱਚ ਵੀ ਰਾਮ ਸ਼ਬਦ ਆਇਆ ਤੇ ਰਾਮ ਦਾ ਅਰਥ ਹੈ ਰਮਿਆ ਹੋਇਆ, ਪਰਮਾਤਮਾ ਦੇ ਸੰਕੇਤ ਵਿੱਚ ਵੀ ਆਇਆ। ਜੇ ਰਾਮ ਚੰਦਰ ਨੂੰ ਅਸੀਂ ਦੇਖਦੇ ਹਾਂ ਕਿ ਉਹ ਦਸ਼ਰਥ ਦੇ ਬੇਟੇ ਨੇ, ਇੱਕ ਗੱਲ ਯਾਦ ਰੱਖਿਓ, ਰਾਮ ਚੰਦਰ ਤੋਂ ਪਹਿਲਾਂ ਭਗਤ ਤਰਲੂ ਆਉਂਦੇ ਨੇ, ਪ੍ਰਹਿਲਾਦ ਆਉਂਦੇ ਨੇ। ਉਹ ਕਿਹਦੇ ਵੱਲ ਇਸ਼ਾਰਾ ਕਰਦੇ ਨੇ? ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ। ਇਹਦਾ ਭਾਵ ਰਾਮ ਸ਼ਬਦ ਪਹਿਲਾਂ ਵੀ ਵਰਤਿਆ ਜਾਂਦਾ ਸੀ। ਇਹ ਸ਼੍ਰੀ ਰਾਮ ਚੰਦਰ ਜੀ ਦਾ ਜਿਸ ਵੇਲੇ ਜਨਮ ਹੁੰਦਾ ਹੈ ਉਹਨਾਂ ਦੇ ਨਾਮ ਦੇ ਨਾਲ ਇਹ ਲਾ ਦਿੱਤਾ ਗਿਆ, ਇਹ ਗੱਲ ਵੱਖਰੀ ਹੈ। ਇੱਥੇ ਸਤਿਗੁਰਾਂ ਨੇ ਕ੍ਰਿਸ਼ਨ ਦੀ ਉਦਾਹਰਨ ਦਿੱਤੀ ਹੈ, ਰਾਮ ਚੰਦਰ ਦੀ ਉਦਾਹਰਨ ਦਿੱਤੀ ਹੈ, ਪਰ ਇਹਦਾ ਭਾਵ ਇਹ ਨਹੀਂ ਕਿ ਸਤਿਗੁਰੂ ਇਹਨਾਂ ਦੀ ਸ਼ਾਇਦ ਨਖੇਦੀ ਪਏ ਕਰਦੇ ਨੇ। ਇਹਦਾ ਭਾਵ ਇਹੋ ਹੈ ਕਿ ਹੇ ਪ੍ਰਭੂ ਤੇਰੇ ਦਰ ਦੇ ਉੱਤੇ ਇਹੋ ਜਿਹੇ ਦੇਵੀ ਦੇਵਤੇ ਪਤਾ ਨਹੀਂ ਤੂੰ ਕਿੰਨੇ ਕੁ ਪੈਦਾ ਕੀਤੇ ਹੋਏ ਨੇ, ਤੇ ਸਿੱਖ ਰੋਜ਼ ਪੜ੍ਹਦਾ ਹੈ ਪਤਾ ਨਹੀਂ ਕਿੰਨੇ ਕੁ ਜਾਣੇ ਰੋਜ਼ ਤੇਰਾ ਪਾਣੀ ਪਏ ਢੋਂਦੇ ਨੇ। ਅਸੀਂ ਬਚਨ ਪੜ੍ਹਦੇ ਹਾਂ 3 ਵਾਰ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ। ਜਪਜੀ ਸਾਹਿਬ 'ਚ ਸੋ ਦਰ ਦੇ ਵਿੱਚ ਤੇ ਆਸਾ ਰਾਗ ਦੇ ਵਿੱਚ ਸਤਿਗੁਰੂ ਕਹਿ ਲਗੇ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਨ ਹਾਰੇ। ਇਸ ਸਮੁੱਚੇ ਸ਼ਬਦ ਦੇ ਵਿੱਚ ਬ੍ਰਹਮਾ ਦੀ ਗੱਲ, ਵਿਸ਼ਨੂੰ, ਹਰੇਕ ਇੰਦਰ ਦੀ, ਹਰੇਕ ਦੀ ਗੱਲ ਕਰਕੇ ਸਤਿਗੁਰਾਂ ਨੇ ਇਹ ਗੱਲ ਕਹੀ ਕਿ ਮਾਲਕ ਹੋਰ ਕੀਤੇ ਤੁਧਨੋਂ ਗਾਵਨ ਸੇ ਮੈਂ ਚਿਤਨਾ ਆਵਨ। ਨਾਨਕਿਆ ਵਿਚਾਰ ਮੈਨੂੰ ਨਹੀਂ ਪਤਾ ਕਿੰਨੇ ਕੁ ਜਾਣੇ ਤੈਨੂੰ ਗਾਉਂਦੇ ਪਏ ਨੇ, ਪਰ ਮੈਂ ਇੱਕ ਗੱਲ ਕਹਿੰਦਾ ਜਿਹੜਾ ਤੇਰੇ ਦਰ ਦੇ ਉੱਤੇ ਗਾਉਂਦਾ ਪਿਆ ਹੈ ਉਹ ਪਤਾ ਨਹੀਂ ਤੇਰੇ ਨਾਲ ਕਿੰਨਾ ਕੁ ਅੰਦਰੋਂ ਜੁੜਿਆ ਹੋਵੇਗਾ। ਸੋ ਇੱਥੇ ਕਹਿਣ ਦਾ ਮੇਰਾ ਭਾਵ ਕੇਵਲ ਤੇ ਕੇਵਲ ਇੰਨਾ ਹੈ, ਕਿਉਂਕਿ ਜਿਹੜੀ ਅਗਲੀ ਪੌੜੀ ਚੱਲਣੀ ਇੱਥੇ ਥੋੜ੍ਹੀ ਜਿਹੀ ਗੁੰਝਲ ਹੈ, ਸਮਝਣਾ ਪਵੇਗਾ। ਇਹ ਵਿਦਵਾਨਾਂ ਨੇ ਇਸ ਸ਼ਲੋਕ ਦੇ ਜਦੋਂ ਅਰਥ ਕੀਤੇ ਨਾ,
इस श्लोक दे जिहड़ियां अंतलियां पंक्तियां ने वो ने ज्ञान ना गली ढूंढी है कथना करड़ा सार कि ज्ञान नूं गल्लां दे नाल नहीं पाया जांदा ते ज्ञान नूं मुख रख के इस पंक्तियां दे अर्थ कर दिते गए। पर मेरे मन दे विच ये गल पूरी फिट नहीं हो रही जदों दे मैं इहदे अर्थ पढ़े, क्योंकि जिहड़ी पौड़ी है पौड़ी परमात्मा दे नाल जोड़दी पई है गुरु दे राहीं। असीं पौड़ी कल वाचांगे, नदर करें जे अपनी तां नदरी सतगुर पाया अखीर ते जिन सच्चो सच बुझाया। वो गुरु नूं धन कहो जिन्हें सच दे नाल जोड़ दिता। इहदा भाव सच नाल जोड़न वास्ते सानूं बड़े आए, बड़े तरीके वरते जाते रहे सच नूं सच दे नाल जोड़न वास्ते, पर सतगुरु कहन लगे लोक अवतारां दे नाल जुड़ के रह गए। भलिया जिन्हां अवतारां नूं तू पूजदा है, ਜਿਹੜੇ हारा ਸ਼ਿੰਗਾਰਾਂ ਦੇ मगर तू भज्जिया फिरदा लिबास दे उत्ते, याद रखी एक दिन नूं सारे नाश हो जाणगे। वो तेरे कोल ज्ञान कोई नहीं अजे पहुंचा जिहदे नाल तू परमात्मा दे घर तक पहुँच सकदा है। ये सारे तुरे परमात्मा नूं पाउण वास्ते तुरे। मेरे सतगुरु इत्थे बख्शिश करदे ने, कह लगे नानक निरभाव निरंकार, एक परमात्मा जिहड़ा वो भै तो रहत है। होर केते राम रवाल, पता नहीं किन्ने राम वर्गे तुश ने जिहड़े परमात्मा दे दर दे उत्ते रोज़ उन्होंने जिहड़े गाउंदे पए ने, उन्होंने जपदे पए ने। रोज़ परमात्मा दे दर दे उत्ते इहो जे राम फिरदे ने। अगे कह लगे केतियां कन कहानियां, इहदे पैर दे विच हलंत लगा है, टेढ़ी लाइन इहनूं हलंत कहिंदे ने। कन ने कन पाठ करांगे तो श्रवण हो जाणगे साडे सुनन वाले कन। जे इनू नन्ने नूं भारा करांगे कन, तो इहदा अर्थ हो जाएगा कन्हैया श्री कृष्ण जी वाल संकेत है। कह लगे केतियां कन कहानियां, कहिंदे पता नहीं किन्ने क लोग जिहड़े ने श्री कृष्ण जी दीयां कहानियां सुणाउंदे पए ने। रास लीला कीती जांदी सी ना, राम लीला भी कीती जांदी रही, रास लीला भी कीती जांदी रही। इन्हां सारियां दे विच भेख बना के कदी किसी राजे दा जिहड़ा सी स्वांग उतारिया गया, कदी रामचंद्र दा स्वांग उतारिया, कदी कृष्ण दी कहानियां जिहड़ियां उह सामने रखियां जांदियां ने, कदी मटकी फोड़दे दियां जिहड़ियां नकलां लाइयां जांदियां ने। सतगुरु कहिंदे पता नहीं किन्ने क कृष्णा दियां नित जिहड़ियां ने लोग वो कहानियां करदे पए ने। केतियां कन कहानियां केते वेद विचार, कहिंदे पता नहीं किन्नियां क वेदां दी विचार कीती जा रही है। केवल तो केवल विचार की जा रही है, मनुख तुर कोई नहीं रहा, परमात्मा तक पहुँच नहीं रहा। ये आप अखरी अर्थ करके समाप्ति दे इहदा निचोड़ निकला, अर्थ याद रखते जाओ। केतियां कन कहानियां, किन्नियां ही कृष्ण दी कहानियां पढ़ियां सुनाइयां जा रही ने, लीला पाइयां जा रही ने। केते वेद विचार, किन्नियां वेदां दियां विचारां कीतियां जा रही ने। केते नच्चै मंगते गिड़ मुड़ पूरै ताल, पता नहीं किन्ने क लोग जिहड़े ने मंगते बन के परमात्मा दे खुश करने वास्ते नचदे पए ने। गिड़ मिड़ दा गिड़ मुड़ दा अर्थ करांगे भुआटियां लै के फिर के जिहड़े ताल पए पूरदे ने। तुरे ते सारे परमात्मा नूं। ये जो 9 भगतियां ने ना, इन्हां विच एक नवदा भगती दे विच नच्चण दी भी इन्हां दी भगती गिनी गई है। एक फिरका है जिहड़े नच के रब नूं खुश करदे ने, घुंघरू पा के भी। सतगुरु कहण लगे मालक पता नहीं किन्ने क जाने जिहड़े ने वो नचदे पए ने। गिड़ मुड़ पूरै ताल, तालां दे मुताबक कोई खब्बे नूं फेरी लैंदा है, कोई सज्जे नूं लैंदा है, कोई किद्दां घुमदा, कोई किद्दां पिया घुमदा है। केते नच्चै मंगते गिड़ मुड़ पूरै ताल, बाजारी बाजार में। कहन सतगुरु कहन लगे भलिया तू कृष्ण दीयां कहानियां कीतियां, सुनियो तू वेदां दी विचार कीती, तू रब नूं खुश करन वास्ते उहदा स्वांग उतारिया, जिहड़े लोग उहनूं भगती दे नाल नच के खुश करदे सन। तू कई पासे आण के भुआटणियां दित्तियां। तेरा हाल तो एक बाजारी मनुख वर्गा सी, जिहदे अंदर दे हालात परमात्मा दे नाल नहीं जुड़े, केवल तो केवल तू बिजनस करके आ गया। बाजारी बाजार दे अर्थ की करांगे, जिवें एक व्यापारी हुंदा है ना, वो दुकान लाउण वास्ते अपनी जिहड़ी वस्तु वेचण वास्ते बाजार दे विच जांदा है। उहदे लई शब्द इत्थे जिहड़ा बाजारी वरतिया गया है। बाजारी बाजार में आए कड्डिया बाजार, कहिंदे एक वणजारा आवे, वो सौदा पत्ता कुछ वेचण आउंदा ते अपना जिहड़ी दुकान है उहनूं खोल के लोकां दे सामने रख दिंदा है। तू भी रब दे नाल अंदरों तां जुड़िया ना, बाहरों रोटियां कारण पूरे ताल दी खातर किसी नूं वेदां दी विचार करा के सुणाउंदा रहा, किसी नूं कान कृष्ण दी कहानियां सुणाउंदा रहा, किसी नूं नच नच के विखाउंदा रहा। तेरा भी हाल बाजारियां वाला ही सी, पल्ले तेरे कुछ नहीं पिया। अज देखिया जांदा, अज गुरु घर दीयां स्टेजां, मैनूं माफ़ करना, केवल तो केवल बाजारियां दा सिलसिला रह गया।
ਅੱਜ ਗਿਆਨ ਦੀ ਬੜੀ ਗੱਲ ਕੀਤੀ ਜਾ ਰਹੀ ਹੈ ਪਰ ਪੱਲੇ ਕੁਛ ਨਹੀਂ ਪੈ ਰਿਹਾ। ਅੱਜ ਮਨੁੱਖ ਰੱਬ ਦੇ ਘਰ ਦੀਆਂ ਬੜੀਆਂ ਗੱਲਾਂ ਨੇ। ਤੁਸੀਂ ਦੇਖੋ ਅੱਜ ਤੇ ਸਾਡੇ ਗੁਰਦੁਆਰਿਆਂ ਦੇ ਨਾਲ ਨਾਲ ਗੁਰਦੁਆਰੇ ਨੇ ਨਾ, ਅਸੀਂ ਦੂਸਰੇ ਧਰਮ ਤੇ ਕਟਾਕਸ਼ ਨਾ ਕਰੀਏ, ਆਪਣੇ ਵੱਲ ਵੇਖੀਏ। ਅੱਜ ਹਰੇਕ ਕੰਮ ਦੇ ਵਿੱਚ ਚੜੋ ਖੱਤੀ ਹੈ, ਕੰਪੀਟੀਸ਼ਨ ਆ ਚੁੱਕਾ ਹੈ। ਈਰਖਾ ਰਾਗੀ ਰਾਗੀ ਨਾਲ ਕਰਦਾ ਪਿਆ ਹੈ, ਪ੍ਰਚਾਰਕ ਪ੍ਰਚਾਰਕ ਦੇ ਨਾਲ ਕਰਦਾ ਪਿਆ, ਢਾਡੀ ਢਾਡੀ ਦੇ ਨਾਲ ਈਰਖਾ ਕਰਦਾ ਹੈ। ਇਹ ਬਾਜ਼ਾਰ ਹੀ ਹੈ। ਇੱਕ ਆਉਂਦਾ ਹੈ, ਉਹ ਤਨ ਦੇ ਉੱਤੇ ਕੱਪੜੇ ਇਹ ਇਦਾਂ ਦੇ ਪਾਏ ਹੁੰਦੇ ਨੇ। ਮੈਂ ਕਈ ਵਾਰੀ ਸੋਚਦਾ ਸਾਡੇ ਰਾਗੀਆਂ ਢਾਡੀਆਂ ਨੇ ਲਿਬਾਸ ਹੀ ਹੋਰ ਤਰ੍ਹਾਂ ਦਾ ਬਣਾ ਲਿਆ, ਜਿਵੇਂ ਨਾਚੇ ਹੁੰਦੇ ਨੇ। ਮੈਨੂੰ ਮਾफ़ ਕਰਨਾ, ਤਨ ਦੀ ਪੁਸ਼ਾਕ ਸਾਦੀ ਸਤਿਗੁਰਾਂ ਨੇ ਦਿੱਤੀ ਸੀ। ਹੁਣ ਸਮਝ ਨਹੀਂ ਆਉਂਦੀ ਇਹ ਪ੍ਰੋਗਰਾਮ ਕਰਨ ਆਏ ਨੇ ਕਿ ਪ੍ਰੋਗਰਾਮ ਵੇਖਣ ਆਏ ਨੇ। ਕਿਹੋ ਜਿਹੇ ਬਸਤਰ ਸਾਡੇ ਤਨ ਤੇ ਆ ਗਏ। ਇਹ ਬਾਜ਼ਾਰੀ ਬਣਦੇ ਫਿਰਦੇ ਆ। ਜਿੱਥੇ ਬਾਬੇ ਨਾਨਕ ਨੇ ਰੂਹਾਨੀਅਤ ਕੀਰਤਨ ਦੇ ਨਾਲ ਜੋੜਿਆ ਸੀ, ਉੱਥੇ ਟਿਊਨਾਂ ਸਾਡੇ ਕੋਲ ਆ ਗਈਆਂ। ਜਿੱਥੇ ਬਾਬੇ ਦੇ ਘਰ ਦੀ ਵਿਚਾਰ ਅੰਦਰ ਨੂੰ ਠੰਡਕ ਪਾਉਂਦੀ ਸੀ, ਅੱਜ ਉਹਨਾਂ ਪ੍ਰਚਾਰਕਾਂ ਦੇ ਮੂੰਹ ਚੋਂ ਨਿਕਲਦੇ ਹੋਏ ਬੋਲ ਕਈਆਂ ਦੇ ਹਿਰਦੇ ਦੁਖਾ ਜਾਂਦੇ ਨੇ। ਕਾਹਦੇ ਵਾਸਤੇ? ਕੇਵਲ ਤੇ ਕੇਵਲ ਬਾਜ਼ਾਰ ਹੈ। ਅੱਜ ਕਥਾ ਵਾਲਿਆਂ ਦਾ ਬਾਜ਼ਾਰ ਨਹੀਂ ਲੱਗਾ। ਮੈਨੂੰ ਮਾफ़ ਕਰਨਾ, ਇੱਕ ਫਿਰਕਾ ਕਹਿੰਦਾ ਸਾਡੇ ਹੱਕ ਦੀ ਗੱਲ ਕਰੋ, ਉਹਨੂੰ ਲਿਫਾਫਾ ਪ੍ਰਚਾਰਕ ਨੂੰ ਮਿਲਦਾ, ਉਹਦੇ ਹੱਕ ਦੀ ਕਰ ਜਾਂਦਾ। ਦੂਸਰਾ ਕਹਿੰਦਾ ਮੇਰੇ ਦੀ ਕਰੋ, ਉਹਦੇ ਤੇ ਪਹਿਲੇ ਵਾਲੇ ਤੇ ਫਿਰ ਤਵਾ ਲਾ ਕੇ ਗਾਂਹ ਚਲਿਆ ਜਾਂਦਾ। ਇਹ ਬਾਜ਼ਾਰ ਨਹੀਂ। ਸਤਿਗੁਰੂ ਕਹਿੰਦੇ ਬਾਜ਼ਾਰੀ ਬਾਜ਼ਾਰ ਮੈਂ। ਕਿਹੋ ਜਿਹੇ ਕੰਮ ਵਾਲੇ ਪਾਸੇ ਤੁਰ ਪਏ ਤੁਸੀਂ। ਮਿਲਣਾ ਪਰਮਾਤਮਾ ਨੂੰ ਸੀ। ਤੇਰੀਆਂ ਕ੍ਰਿਸ਼ਨ ਦੀਆਂ ਕਹਾਣੀਆਂ ਪੜ੍ਹੀਆਂ ਮੁਬਾਰਕ ਸਨ। ਵੇਦਾਂ ਦੀ ਵਿਚਾਰ ਕੀਤੀ ਮੁਬਾਰਕ ਸੀ। ਮੈਂ ਇਉਂ ਕਹਿ ਦੇਵਾਂ ਕਥਾ ਕੀਰਤਨ ਤੇਰਾ ਮੁਬਾਰਕ ਸੀ ਪਾਠ ਕੀਤਾ, ਜੇ ਤੇਰਾ ਅੰਦਰ ਕਿਤੇ ਪਰਮਾਤਮਾ ਵਾਲੇ ਪਾਸੇ ਨੂੰ ਤੁਰ ਪੈਂਦਾ। ਤੂੰ ਆਇਆ ਵਾਜੇ ਚੁੱਕੇ, ਤੂੰ ਪ੍ਰਚਾਰ ਕੀਤਾ, ਗਲ 'ਚ ਪਰਨਾ ਪਾਇਆ, ਲੋਕਾਂ ਨੇ ਵਾਹ ਵਾਹ ਕੀਤੀ, ਪੱਲੇ ਕੁਛ ਨਾ ਪਿਆ, ਘਰ ਨੂੰ ਫਿਰ ਉੱਦਾਂ ਦਾ ਉੱਦਾਂ ਹੀ ਚਲ ਗਿਆ। ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੈ ਬਾਜ਼ਾਰ। ਤੇਰੇ ਵਿੱਚ ਤੇ ਇੱਕ ਵਪਾਰੀ ਵਿੱਚ ਕੀ ਫਰਕ ਪਿਆ? ਇੱਕ ਵਪਾਰੀ ਆਉਂਦਾ ਏ, ਵਪਾਰ ਕਰਦਾ ਹੈ, ਆਪਣੀ ਜਿਣਸ ਆਪਣੀ ਲਿਆ ਕੇ ਵਸਤੂ ਬਾਜ਼ਾਰ 'ਚ ਵੇਚ ਜਾਂਦਾ ਹੈ, 4 ਟਕੇ ਕਮਾ ਕੇ ਚਲੇ ਜਾਂਦਾ ਹੈ। ਤੂੰ ਆਉਣਾ ਹੈ 4 ਕਿਤਾਬਾਂ ਪੜ੍ਹ ਕੇ, 4 ਲੋਕਾਂ ਨੂੰ ਗੱਲਾਂ ਸੁਣਾ ਕੇ ਚਲਿਆ ਜਾਂਦਾ ਹੈ, 4 ਟਕੇ ਤੂੰ ਕਮਾ ਜਾਂਦਾ। ਨਾ ਤੇਰੇ ਪੱਲੇ ਕੁਛ ਪੈਂਦਾ, ਨਾ ਸੁਣਨ ਵਾਲੇ ਦੇ ਪੱਲੇ ਕੁਛ ਪੈਂਦਾ। ਪੱਲੇ ਕਿੱਥੇ ਪਵੇਗਾ? ਜਪ ਤਪ ਕਿੱਥੇ ਆਵੇਗਾ? ਮੈਂ ਇੱਕ ਬੇਨਤੀ ਕਰਾਂ, ਪਿਛਲੇ ਦਿਨੀ 'ਚ ਕੀਤੀ ਸੀ, ਯਾਦ ਰੱਖਿਓ। ਪਰਮਾਤਮਾ ਦੇ ਘਰ ਦੇ ਵਿੱਚ ਕੇਵਲ ਤੇ ਕੇਵਲ ਸਿਮਰਨ ਚੱਲਣਾ ਹੈ ਜੀ। ਮੈਂ ਪਰਸੋਂ ਚੌਥ ਵੀ ਸ਼ਾਇਦ ਕਿਹਾ ਸੀ। ਠੀਕ ਹੈ, ਗੁਰੂ ਘਰਾਂ ਦੇ ਵਿੱਚ ਜਾਂ ਬਾਹਰ ਅਸੀਂ ਸਮਾਗਮ ਬੜਾ ਕੁਛ ਕੀਤਾ ਜਾਂਦਾ ਹੈ, ਪਰ ਉੱਥੇ ਮੈਂ ਉਸ ਦਿਨ ਵੀ ਕਿਹਾ ਸੀ, ਉੱਥੇ ਸੱਚੇ ਹੀ ਸੱਚ ਨਿਬੜੇ। ਉਹ ਦਿਨ ਇਹ ਵਾਚਿਆ ਜਾਣਾ ਤੂੰ ਸਿਮਰਨ ਕਿੰਨਾ ਕੀਤਾ ਹੈ। ਇੱਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ, ਕਹਿ ਲਗੇ ਵੇਦ ਪੁਰਾਣ ਪੜ੍ਹੇ ਕੋ ਇਹੋ ਗੁਣ, ਸਮਰੇ ਹਰ ਕੋ ਨਾਮਾ। ਕਹਿੰਦੇ ਤੂੰ ਵੇਦ ਪੜ੍ਹ ਮੁਬਾਰਕ ਹੈ, ਤੂੰ ਕੁਰਾਨ ਪੜ੍ਹ ਮੁਬਾਰਕ ਹੈ। ਗੁਣ ਦਾ ਅਰਥ ਹੈ ਲਾਭ, ਪਰ ਮੈਨੂੰ ਦੱਸ ਇਹਨਾਂ ਚੀਜ਼ਾਂ ਦਾ ਲਾਭ ਤਾਂ ਹੋਣਾ ਹੈ ਜੇ ਤੂੰ ਵੇਦ ਨੂੰ ਪੜ੍ਹ ਕੇ, ਕਿਤਾਬ ਨੂੰ ਪੜ੍ਹ ਕੇ ਪ੍ਰਮਾਤਮਾ ਦਾ ਸਿਮਰਨ ਕਰੇ। ਜੇ ਪੜ੍ਹ ਕੇ ਆਪਸ ਦੇ ਵਿੱਚ ਬਹਿਸਬਾਜ਼ੀ 'ਚ ਕਰਦਾ ਰਿਹਾ, ਮੇਰੇ ਗੁਰੂ ਨਾਨਕ ਸਾਹਿਬ ਅੱਜ ਕਹਿ ਰਹੇ ਨੇ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੈ ਬਾਜ਼ਾਰ। ਜੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਅੱਜ ਸਿੱਖ ਨਹੀਂ ਕਰਦਾ ਪਿਆ। ਅੱਜ ਵਿਚਾਰਾਂ ਲੰਮੀਆਂ ਵਿਚਾਰਾਂ ਲੜੀਵਾਰ ਵਿਚਾਰਾਂ ਚੱਲਦੀਆਂ ਪਈਆਂ ਨੇ, ਕਥਾ ਦੀਆਂ ਆਪਾਂ ਵੀ ਕਰਦੇ ਪਏ ਹਾਂ। ਵੱਡੇ ਵੱਡੇ ਸਮਾਗਮ ਹੁੰਦੇ ਨੇ, ਰਹਿਣ ਸਭਾਈਆਂ ਹੁੰਦੀਆਂ ਨੇ, ਦਿਨੇ ਗੁਰਮਤਿ ਸਮਾਗਮ ਹੁੰਦੇ ਨੇ, ਪੂਰਾ ਜ਼ੋਰ ਲਾ ਦਿੱਤਾ ਜਾਂਦਾ ਹੈ। ਕਮਰੇ ਤੋਂ ਬਾਹਰ ਨਿਕਲਦੇ, ਗੁਰੂ ਘਰ ਤੋਂ ਬਾਹਰ ਨਿਕਲਦੇ, ਪੰਡਾਲ 'ਚੋਂ ਬਾਹਰ ਨਿਕਲਦੇ, ਕਿਸੇ ਨੂੰ ਪੁੱਛ ਲਓ ਰਾਗੀ ਸਿੰਘਾਂ ਨੇ ਸ਼ਬਦ ਕਿਹੜਾ ਪੜ੍ਹਿਆ ਸੀ, ਕਿਸੇ ਨੂੰ ਚੇਤਾ ਕੋਈ ਨਹੀਂ। ਲਾਭ ਕੀ ਹੋਇਆ? ਸਾਰੇ ਦਾ ਸਾਰਾ ਇੱਥੇ ਦਾ ਇੱਥੇ ਹੀ ਰਹਿ ਗਿਆ। ਸਾਡਾ ਫਾਇਦਾ ਤੇ ਤਾਂ ਸੀ ਨਾ। ਅੱਜ ਮੈਂ ਕਥਾ ਸੁਣੀ, ਅੰਦਰ ਇੰਨਾ ਕੁ ਪਤੀਜ ਗਿਆ, ਘਰ ਜਾ ਕੇ ਉਹ ਸੀਨ ਸਾਹਮਣੇ ਅੱਖਾਂ ਦੇ ਆਇਆ ਜਿਹੜਾ ਭਾਈ ਸਾਹਿਬ ਨੇ ਕਥਾ ਤੇ ਦੱਸਿਆ ਸੀ। ਮੈਂ ਬੈਠ ਕੇ ਸਿਮਰਨ ਕੀਤਾ, ਸਿਮਰਨ ਨੇ ਅੰਦਰ ਦੀ ਮੈਲ ਧੋ ਦਿੱਤੀ। ਪਰ ਇੱਥੇ ਕਥਾ ਸੁਣੀ, ਬਾਹਰ ਜਾ ਕੇ ਲੋਕਾਂ ਦੇ ਗਿਆਨ ਝਾੜਨ ਲੱਗ ਪਿਆ। ਤੈਨੂੰ ਇਸ ਗਿਆਨ ਦਾ ਪਤਾ? ਇਹ ਸੁਣੀ ਦਾ ਤੈਨੂੰ ਕੀ ਫਾਇਦਾ ਹੋਇਆ? ਮਸਕੀਨ ਜੀ ਕਹਿੰਦੇ ਹੁੰਦੇ ਸਨ ਬੰਦਾ ਪਹੁੰਚਾਉਂਦਾ ਨਹੀਂ, ਉਲਟੀਆਂ ਕਰ ਦਿੰਦਾ ਹੈ। ਜਾ ਕੇ ਗੁਰੂ ਘਰੋਂ ਕੀਰਤਨ ਸੁਣਿਆ, ਰਾਗੀ ਨੇ ਪੂਰੀ ਵਾਹ ਲਾ ਦਿੱਤੀ। ਬਾਹਰ ਜਾ ਕੇ ਕਹਿੰਦਾ ਅੱਜ ਤੇ ਤਬਲਾ ਬੜੇ ਕਮਾਲ ਦਾ ਵੱਜਿਆ ਸੀ, ਤੂੰ ਤਬਲਾ ਹੀ ਸੁਣਨਾ ਸੀ ਤੇ ਕਿਤੇ ਬਾਹਰੋਂ ਹੋਰ ਕਿਤੇ ਸੁਣ ਲੈਂਦਾ। ਇੱਥੇ ਬਾਣੀ ਦਾ ਸ਼ਬਦ ਫਿਰ ਵੀ ਪੱਲੇ ਕੋਈ ਨਾ ਤੇਰੇ ਪਿਆ। ਆਵਾਜ਼ਾਂ ਸੁਣਦਾ ਰਹਿ ਗਿਆ ਰਾਗੀਆਂ ਦੀਆਂ, ਰਾਗ ਸੁਣਦਾ ਰਹਿ ਗਿਆ, ਕੀਰਤਨ ਨਾ ਸੁਣ ਸਕਿਆ। ਇਹਨਾਂ ਚੀਜ਼ਾਂ 'ਚ ਫਰਕ ਹੈ ਜੀ, ਕੀਰਤਨ ਤੇ ਰਾਗੀ ਦੇ ਵਿੱਚ। ਰਾਗੀ ਦਾ ਅਰਥ ਹੈ ਜਿਹੜਾ ਰਾਗਾਂ ਦੇ ਆਧਾਰਿਤ ਬੋਲਦਾ, ਕੀਰਤਨ ਦਾ ਅਰਥ ਹੈ ਜਿਹੜਾ ਪਰਮਾਤਮਾ ਦੀ ਕੀਰਤੀ ਪਿਆ ਕਰਦਾ ਹੈ। ਅੱਜ ਤਾਈਓ ਸਾਡੇ ਸ਼ਬਦ ਇਹ ਵਰਤਿਆ ਜਾਂਦਾ ਰਾਗੀ ਸਿੰਘ ਨੇ। ਮੈਨੂੰ ਮਾफ़ ਕਰਨਾ, ਉਹ ਵਾਕਈ ਰਾਗੀ ਨੇ, ਰਾਗਾਂ ਦੇ ਨਾਲ ਹੀ ਜੁੜੇ ਹੋਏ ਨੇ। ਕਿਤੇ ਕੋਈ ਗੁਰੂ ਨਾਨਕ ਦਾ ਸਿੱਖ ਕੀਰਤੀ ਦੇ ਨਾਲ ਜੁੜਿਆ ਹੋਵੇ, ਉਹ 2 ਸ਼ਬਦ ਵੀ ਪੜ੍ਹੇ, ਉਹ ਵੀ ਮਨੁੱਖ ਦੇ ਅੰਦਰ ਨੂੰ ਫੜ ਕੇ ਜੋੜ ਦਿੰਦੇ ਨੇ। ਭਾਈ ਮਰਦਾਨੇ ਲਈ ਕੀਰਤਨ ਸ਼ਬਦ ਵਰਤਿਆ ਜਾਂਦਾ, ਕੀਰਤੀ ਵਰਤਿਆ ਜਾਂਦਾ ਸੀ, ਰਾਗੀ ਨਹੀਂ ਸੀ ਵਰਤਿਆ ਜਾਂਦਾ।
मेरे कहने का भाव सतगुरु कह लगे जे तेरे कथा करन दे नाल कीर्तन करन दे नाल किसी दे अंदर नहीं ना जुड़िया तो तू हिसाब ला ला। गुरु नानक साहब कह रहे हैं तेरा हाल एक व्यापारी वाला है। व्यापारी बाजार दे विच आण के अपनी वस्त वेच जाता है, तू भी पढ़िया लिखिया अपनी मेहनत करके वेच के घर नूं चार पैसे लै जाना, अंदर तेरा टिकिया नहीं, परमात्मा दे तक नहीं पहुँच सकेगा। मतां ये गल मन च भुलेखा रखी। कई बारी साडे मन च आ जांदा जी असीं गुरु घर दे रागी, गुरु घर दे प्रचारक, नहीं उत्थे सच्चे ही सच निबड़े, उत्थे सिमरन दी गल कीती जानी है। एक गुरु रामदास महाराज जी का शंत यदि विचार पहला आ चुकी, आसा दे वार नाल लगदा है। कह लगे कोई गावे, कहंदे मुबारक है जिहड़ा मर्जी रब दी कीर्ति करे। रागी कोई रागां दे विच गावे, नादी नादां दे नाल गायन करे, बेदी बेदां दा रटन करे, बहु भांत कर कई किस्म दे नाल परमात्मा दी उस्तत करे, नहीं हर हर भीजै राम राजे। जे अंदर परमात्मा दे नाल पतीज नहीं हुंदा, जिन्ना अंतर कपट विकार है तिना रोए क्या कीजे। याद रखी अंदर छल है, अंदर फरेब है, अंदर रब दे नाल तेरा टिकिया होया जुड़िया होया नहीं, तेरे पाड़ के संग भी गाउणा जिहड़ा वो मुबारक नहीं होएगा। तेरियां दित्तियां होईयां कथा दे विच दलीलां जिहड़ियां वो परवान नहीं, क्यों? क्योंकि अंदर नूं किसी दे टिका कोई नहीं आया। तो अज सब तो वध इहो कुछ कीता जा रहा है। अज कथा तो कीती जा रही है पर वैसम वैसा चलता जा रहा है। सिमरन की गल बहुत घट है, कीर्तन तो कीता जा रहा है पर कॉम्पीटिशन के रूप दे कीता जा रहा, अंदर किते जुड़दा नहीं। सतगुरु कह लगे बाजारी बाजार में आए कड्डे बाजार। तुसी आखदे होवोगे अज रागी ने धन धन करा दी, कथा वाले ने वाह वाह करा दी, पर मेरा बाबा नानक सामने बैठा आखदा बाजारी आया सी चीज़ वेच के गां गया, बाजारी बाजार में आए कड्डे बाजार। अगे सतगुरु कह लगे, मैं गल नूं नेड़े रखिया, कह लगे गावें राजे राणियां बोलें आल पताल। कह लगे हुण स्वांग उतार दे, जिहड़ी मैं गल आरंभ च कीती, जिवें कई तरह के जिहड़े सन वो स्वांग उतारे जाते, रास लीला पाई जानी, ये नाटक खेडे जाने, हुण घटदा जा रहा, पहलां बड़ा हुंदा सी। सतगुरु कह लगे मनुख ने की करना, स्टेज ते चढ़न लग्या राणियां वालियां राजियां वालियां पोशाकां पा लैणियां ते इहो इहो जे जिहड़े उदाहरणां देणियां, इहो इहो जे शब्द बोलने। आल पताल जी दे इउं लगदा सी, आल दा अर्थ करांगे आकाश, पताल दा अर्थ पताल। इहो जे बोल बोलने, लोकां ने आखना इहो जे शब्द वरते जिहड़े आम बंदे दे समझ विच कोई ना पैणे। ये भाई वीर सिंह उन्होंने ने आल पताल के अर्थ किए कि आकाश ते जिवें पताल का आपस में मेल कोई नहीं। मनुख धर्म की भाषा दे विच इन्नी क ज़्यादा सख्त भाषा बोल जाता हुंदा सी, स्टेजां ते आम बंदे दे ये भी कुछ समझ नहीं सी पैंदा बोल की गया है, अगले वाह वाह करते रह जाते हैं। अज साडा ये बड़े पासे कॉम्पीटिशन है जी, एक प्रचारक उठता है फिलोसफी झाड़ के गांह चलिया जाता है। भले फिलोसफी बोलनी सी तो किसी सैमीनार दे विच जांदा, सैमीनार च पढ़े लिखे लोग सन, फिलोसफर सा तू उत्थे तेरा मुੱਲ पैंदा। गल तो गुरु घर की तू उन्होंने समझाउणी सी जिहड़े गुरु घर च झाड़ू करते हैं, गुरु घर दे आण के बर्तन मांजते हैं, जिहड़े गुरु ने नाल अंदरों जुड़े हुए हैं। जिहड़ा पहला विद्वान की पंड चुकी फिरदा वो तो गुरु घर वर के खुश कोई नहीं। कभी विद्वान नूं बह के कथा कीर्तन सुनदिआं देखिआ तुसीं नहीं सुनेगा। विद्वान की सब तो वड्डी मुश्किल है जिहड़ा माइक ते बोलण लग पिया वो कभी सुन नहीं सकेगा। मेरे गुरु नानक साहब ने 4 सुने दीआं पौड़ियां दर्ज कीतियां, बोलन की तो नहीं कोई की, तू सुन। पर मैं ये साडा निजी तजर्बा, जो सानूं बोलना आ जाता ना साडे कोल सुनिया नहीं जाता। सतगुरु कह लगे बोलन वाले इहो इहो जी भाषा वरत के समझ किसी दे लगी कोई ना, बस लोग जकारे छड्डण तक सीमित हो गए। पता ना लगा ये किहड़ी भाषा का शब्द सी, इहदा अर्थ की है, बस दे जकारे ते जकारा, दे जकारे ते जकारा। सतगुरु कहते इहो इहो जे सांग उतारे जा रहे हैं पर अंदर सिमरन की कणी कोई नहीं। गावें राजे राणियां बोले आल पताल, राजे राणियां दे स्वांग उतारे जाते हैं। ऊल जलूल जिहड़े शब्द बोले जाते हैं लोगों के समझ दे विच नहीं आउंदे। लख टकियां के मुंदड़े, लख टकियां के हार। कह लगे लखां लखां दे जिहड़े ने वो मुंदड़े, कन्नां च पाए हुए मुंदे ते गलां विच पाए हुए हार, जिहड़े राजे ते राणियां दे स्वांग वेले पाए जाते सन, रास लीला वेले। कह लगे एक गल चेता रखी, तन ते राजे की पोशाक है, तन ते राणी की पोशाक है, तन दे उत्ते तू लिबास, गलां दे विच हार, कन्नां दे विच मुंदड़े ने, जिहड़े तन नूं तू सजाउणा फिरदा है। याद रखी जित तन पाईऐ नानका से तन होवै शार। शार दा अर्थ है सुआह। इस शरीर ने इस दिन सड़ के एक दिन सुआह हो जाना, चाहिदा तैनूं ये सी कि बैठ के रब दा सिमरन करदा तन नूं सफल कर जांदा।
पर ये तन नूं धर्मी बनाउंदा रह गया, मन नूं इन्ने धर्मी ना बनाया। अज साडी बहुत वड्डी जिहड़ी भज दौड़ है ना गुरमुख, वो तन नूं धर्मी बनाउण वाल है। असी ये सोचते तन किवें धर्मी बने। मैं ये विसाखी ते भी ये अर्ज की सी, रजिस्टर भरे पे ने साडे अमृत छका के, इन्नियां नूं अमृत छका दिता, इन्नियां नूं छका दिता, कित्थे चल गए सारे। मैनू तो कोई सरकारी अफसर, मैनू माफ़ करना, नज़र नहीं आता जिहड़ा रिश्वत ना लैंदा होवे। मैनू तो इहो जिहा कोई डॉक्टर नहीं नज़र आता जिहड़ा किसी गरीब नूं फ्री गोली देंदा होवे, जाके तू अपने बच्चे का इलाज करा ला, कित्थे चले गए सारे। मैनू धर्मी कोई वकील नहीं नज़र आता जिहड़ा किसी गरीब का फ्री केस लड़दा होवे। ये इन्हां दे विच अमरधारी नहीं हैगे ने, कित्थे चले गए। तन नूं धर्मी बनाता, जिहड़े मन ने दया करनी सी, जिहड़े मन ने बनाउणा सी, सतगुरु कह लगे वो कई कोहां दूर रह गए। जिहड़ा तन तू धर्मी बनाउंदा पिया ने, सतगुरु कह लगे जित तन पाई है नानका। तन ते पाए हुए ये राजियां वाले कपड़े, मैं दूसरे नाल अर्थ कर देवां, तन ते पाया होया धर्म दा भेख, जे अंदर सिमरन नहीं याद रखी से तन होवै शार। ये तन एक दिन सड़ के सुआह हो जाना, पल्ले तेरे कुछ नहीं पैना। जित तन पाई है नानका से तन होवै शार। अगे कह लगे ज्ञान ना गले ढूंढिए। इत्थे दो नन्ने इकट्ठे हो गए, ज्ञान ते ना। कई बार ये होंदा है कि जो दो शब्द इकट्ठे आउंदे ने, मनुख एक शब्द जिहड़ा वो खा पी जाता है। इत्थे जमकी देनी है ज्ञान ना, अगे शब्द नन्ना मुकता, इनू कन्ना नहीं लगा होया। ज़्यादातर यदा पाठ इदा कर दिता जाता, ज्ञान ना गली ढूंढी है, कन्ना तो लगा नहीं होया। ये इन्हां निक्कियां निक्कियां चीज़ों का ख्याल रखना, जिथे जिहड़ी मात्रा उहदा उचारण, जिथे नहीं मात्रा उहदा नहीं उचारण। ज्ञान ना गलई, गल्लां दे नाल ढूंढिए नहीं लभ्या जाना। कथना बयान करना करड़ा औखा सार लोहा। जे तू रब दे घर दा ज्ञान केवल ते केवल गल्लां दे नाल बयान करेगा, इउं हो जाएगा जिवें दंदां दे नाल करड़ा लोहा चब्बना है। साडे कोल लोहा नहीं चब्बिया जाना, ते परमात्मा दा घर दा जिहड़ा ज्ञान है वो गल्लां दे नाल नहीं जी आउंदा। जिवें मैं आरंभ दे विच ही कह दिता, गल्लां दे नाल रब नहीं मिलना, गल्ली जोग ना होई। गुरु नानक साहब कहते गल्लां दे नाल थोड़ी जोगी बनया जाना। एक दृष्ट कर संसर जाने जोगी कही है सोई। जोगी का अर्थ है जुड़िया होया। जे तेनू मेर तेर नज़र आउंदी है, उच्चा नीवा नज़र आउंदा है, पाप पुन नज़र आउंदा, तो तू रब दे नाल नहीं जुड़ सकदा। ज्ञान ना गली ढूंढी है। गुरु ग्रंथ साहिब महाराज जी दे एक दो उदाहरणा दे के मैं संपन्नता वाल आवां, समय जिहड़ा हो चलिया। ये ज्ञान केवल ते केवल दो तरह का ज्ञान, एक भौतिक तल का ज्ञान है जिहड़ा अज सारा तकरीबन साडा समाज चुक्की फिरदा। भौतिक तल दे उत्ते असीं बहुत ज्ञान इकट्ठा कर लिया, बड़ियां किताबां पढ़ लईआं, पर पढ़ पढ़ के मनुख इत्थों तक पहुँच गया कि अज रब है ही कोई नहीं। अज साडा ज्ञान इस पासे आ गया ना। ये तो चंगा तो वह मनुख अनपढ़ सी जिहदे पल्ले कुछ नहीं सी पैंदा, पर चौंकड़ा मार के रब रब जपन लग पैंदा सी। तू अज किताबां पढ़ियां, पढ़ पढ़ के इन्ना क बयान कर दिता, सारा कुछ कुदरती हो रहा है, रब नां दी चीज़ कोई नहीं। इहो जिहे तेरे ज्ञान नूं करना की सी। अज मनुख पढ़दा पढ़दा इत्थों तक पहुँचा कि पल्ले कुछ नहीं पिया, समझदा समझदा इत्थों तक पहुँचदा, समझ कोई नहीं लगी। जिस दिन अंदर नूं खोजन नूं तुरेगा, उस दिन तैनूं रब की प्राप्ति हो जाएगी। पर तू गल्लां दे नाल केवल ते गुरु रब दे घर दा ज्ञान जिहड़ा गल्लां दे नाल नहीं होना। मैनूं माफ़ करना, मैं कथा कर रहा, इस पंक्ति दे उत्ते 10 दिन कथा करा लो तुसीं, वड्डे वड्डे विद्वान बुला के महीना सालां दे साल कथा हो जाए, तो जे तुसीं आखो सालां दे साल कथा करके अंदर टिक जावे, माफ़ करना, जे अंदर नूं नहीं चले तो अंदर ज्ञान दे नाल कदी नहीं टिकना। एक ज्ञान वो है जिहड़ा मनुख बारी किताबां तो लैंदा है, एक ज्ञान वो है जिहड़ा अंदरों प्रगट हुंदा है। इनू मस्कीन जी इउं बयान करदे हुंदे सन, कहंदे जिहड़ा किताबी ज्ञान है ये गोद लिया बच्चा है, तो जिहड़ा अंदरों का ज्ञान ब्रह्म का ज्ञान पैदा होंदा वो माँ ने पेट चों जम्मिया होया बच्चा है। दोवां 'च बड़ा अंतर होवेगा। जिस बच्चे नूं जन्म दिता है उन्हें पीड़ा हंडाई है, जिन्हें रब नूं प्राप्त किया उन्हें चौंकड़ा मार के बह के सिमरन किया होया है। किताबां नाल ज्ञान ते अज बथेरे चुक्की फिरदे ने। साड़ियां यूनीवर्सिटियां भरियां पईयां ने ज्ञान दियां, कालज स्कूल भरे पए ने। मैं कल भी कहा सी कि सानूं अज पढ़े लिखे अफसर बड़े मिलते हैं, पर अज सानूं रब दे नाल जुड़िया होया कोई संत महात्मा कोई नहीं मिलता। थम्मै कोई ना साध बिन साधना दिखिया जग विच क्यों नहीं नज़र आउंदा पिया, क्योंकि केवल तो केवल बाहरी ज्ञान। ये बाहरी ज्ञान की उदाहरण दे के संपन्नता करा। गुरु अर्जुन साहब महाराज जी कह लगे भलिया तेरा हाल पता किदां दा है।
ਕਹਿੰਦੇ ਜਿਵੇਂ ਇੱਕ ਸਬਜ਼ੀ ਦੇ ਵਿੱਚ ਕੜਛੀ ਵਰਤੀ ਜਾਂਦੀ, ਕਾਮਨ ਹੁੰਦੀ ਹੈ, ਉਹਦੇ ਨਾਲ ਲੂਣ ਮਿਰਚ ਪਾਇਆ ਜਾਂਦਾ ਹੈ। ਉਹਦੇ ਨਾਲ ਹੀ ਕਈ ਜਿਹੜੇ ਪਕਵਾਨ ਬਣਾਏ ਜਾਂਦੇ ਨੇ। ਸਬਜ਼ੀ ਜਿਹੜੀ ਸੀ ਤੜਕਾ ਧਰਨ ਤੋਂ ਲੈ ਕੇ ਸਬਜ਼ੀ ਬਣ ਤੱਕ ਕੜਛੀ ਵਿੱਚ ਘੁੰਮਦੀ ਰਹਿੰਦੀ ਹੈ। ਸਬਜ਼ੀ ਬਣਨ ਤੋਂ ਬਾਅਦ ਇਹਦਾ ਪ੍ਰੋਸੈਸ ਖਤਮ ਨਹੀਂ ਹੋਇਆ, ਜਦੋਂ ਵਰਤਾਈ ਕਿਸੇ ਦੇ ਭਾਂਡੇ ਦੇ ਵਿੱਚ ਪਾਈ ਉਦੋਂ ਵੀ ਕੜਛੀ ਦੇ ਨਾਲ ਪਾਈ ਗਈ। ਪਰ ਜਦੋਂ ਵਰਤਾਈ ਜਾਂਦੀ ਹੈ ਜਾਂ ਕੜਛੀ ਦੇ ਨਾਲ ਸਬਜ਼ੀ ਬਾਹਰ ਕੱਢੀ ਜਾਂਦੀ ਹੈ ਭਾਂਡੇ ਚੋਂ, ਤੇ ਘਰ ਦੀ ਸੁਆਣੀ ਕਹਿੰਦੀ ਹੈ ਲੂਣ ਮਿਰਚ ਵੇਖ ਲਓ। ਤੇ ਕਿਸੇ ਨੂੰ ਪੁੱਛ ਲਈਏ ਕਿ ਮਾਏ ਮੇਰੀਏ ਭੈਣੇ ਸਬਜ਼ੀ ਤਿਆਰ ਕਰ ਲੱਗੇ ਕੜਛੀ ਤੇ ਵਿੱਚ ਸੀ, ਤੂੰ ਕੜਛੀ ਨੂੰ ਪੁੱਛ ਲਾ, ਇਹਨੇ ਤੇ ਸਾਰਾ ਸਵਾਦ ਬਣਾਇਆ ਹੈ ਨਾ। ਸਤਿਗੁਰੂ ਕਹਿਣ ਲੱਗੇ ਭਲਿਆ ਕੜਛੀ ਘੱਸ ਜਾਂਦੀ ਹੈ, ਸਾਰੀ ਉਮਰ ਇਹਨੂੰ ਸਵਾਦ ਨਹੀਂ ਆਉਂਦਾ। ਮਨੁੱਖ ਗਿਆਨ ਘੋੜਦਾ ਇੱਕ ਦਿਨ ਨੂੰ ਸਿਵਿਆਂ ਦੇ ਵਿੱਚ ਤੇ ਪਹੁੰਚ ਜਾਂਦਾ ਹੈ। ਰੱਬ ਦੇ ਘਰ ਵੱਲ ਦਾ ਸਿਮਰਨ ਨੂੰ ਜੇ ਤੁਰਦਾ ਨਹੀਂ, ਇੱਕ ਕਿਣਕਾ ਇਹਦੇ ਅੰਦਰ ਕੋਈ ਨਹੀਂ ਵਸਦਾ। ਉਹ ਅਸੀਂ ਬਚਨ ਪੜ੍ਹਦੇ ਹਾਂ ਜੀ, ਕੜਛੀਆਂ ਫਿਰਨ ਸੁਆਓ ਨਾ ਜਾਣਨ ਸੁਣੀਆਂ। ਕਹਿ ਲਗੇ ਸਹੀ ਮੁਖ ਦਿਸਨ ਨਾਨਕ ਹਰ ਜੁੜੇ। ਕਹਿ ਲਗੇ ਜਿਹੜਾ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਉਹ ਪ੍ਰਮਾਤਮਾ ਦੇ ਘਰ ਦੇ ਉੱਤੇ ਉਹਦਾ ਮੁਖ ਜਿਹੜਾ ਸੋਹਣਾ ਲੱਗਦਾ ਹੈ। ਪਰ ਯਾਦ ਰੱਖੀ ਜੇ ਤੇਰਾ ਅੰਦਰ ਪ੍ਰਮਾਤਮਾ ਦੇ ਨਾਲ ਨਹੀਂ ਨਾ ਜੁੜਿਆ ਹੋਇਆ ਤੇ ਤੇਰਾ ਹਾਲ ਕੜਛੀ ਦੇ ਵਾਂਗ। ਇੱਥੇ ਸਤਿਗੁਰੂ ਕਹਿ ਲਗੇ ਗਿਆਨ ਨਾ ਗਲੀ ਢੂੰਡੀਐ ਕਥਨਾ ਕਰੜਾ ਸਾਰ, ਕਰਮ ਮਿਲੈ ਤਾ ਪਾਈਐ ਹੋਰ ਹਿਕਮਤ ਹੁਕਮ ਖੁਆਰ। ਕਰਮ ਦਾ ਅਰਥ ਹੈ ਬਖਸ਼ਿਸ਼। ਕਹਿੰਦੇ ਜੇ ਬਖਸ਼ਿਸ਼ ਹੋ ਜਾਵੇ ਤੇ ਪ੍ਰਮਾਤਮਾ ਦੇ ਘਰ ਦਾ ਗਿਆਨ, ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਹੋਰ ਹਿਕਮਤ ਦਾ ਅਰਥ ਕਰਾਂਗੇ ਕੇਵਲ ਤੇ ਕੇਵਲ ਬੈਸਮ ਬੈਸਾ, ਕੇਵਲ ਤੇ ਕੇਵਲ ਜਿਹੜੀ ਸੀ ਬਾਹਰੀ ਮਿਹਨਤ, ਕਹਿੰਦੇ ਉਹ ਸਾਰੇ ਹੋਰ ਢੰਗ ਤਰੀਕੇ ਖੁਆਰ ਹੋ ਜਾਂਦੇ ਨੇ ਜਿੰਨਾ ਚਿਰ ਪ੍ਰਮਾਤਮਾ ਦੀ ਬਖਸ਼ਿਸ਼ ਨਹੀਂ ਹੁੰਦੀ। ਇਹ ਦੋ ਪੰਕਤੀਆਂ ਨੂੰ ਆਪਾਂ ਕੱਲ ਥੋੜਾ ਚੰਗੀ ਤਰ੍ਹਾਂ ਵਾਚਾਂਗੇ। ਸਮੇਂ ਦੀ ਸਮਾਪਤੀ, ਇੰਨੀਆਂ ਬੇਨਤੀਆਂ ਪ੍ਰਵਾਨ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ। ਗਿਆਨ ਨਾ ਗਲੀ ਢੂੰਡੀਐ ਕਥਨਾ ਕਰੜਾ ਸਾਰ, ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ। ਵਾਹਿਗੁਰੂ ਜੀ ਕਾ ਖਾਲਸਾ